ਆਪਾਂ ਅਕਸਰ ਹੀ ਆਪਣੇ ਆਲੇ ਦੁਆਲੇ ਜਾਂ ਇੰਟਰਨੈਟ ਤੇ ਜਾਂ ਅਖਬਾਰਾਂ ਦੇ ਵਿੱਚ ਜੀਡੀਪੀ ਬਾਰੇ ਸੁਣਦੇ ਰਹਿੰਦੇ ਕਿ ਇੰਨੀ ਵੱਧ ਗਈ ਇੰਨੀ ਘਟ ਗਈ। ਤਾਂ ਜੀਡੀਪੀ ਹੁੰਦੀ ਕੀ ਆ? ਦੇਖੋ, ਜੀਡੀਪੀ ਦੀ ਫੁੱਲ ਫਾਰਮ ਹੈ ਗ੍ਰੋਸ ਡੋਮੈਸਟਿਕ ਪ੍ਰੋਡਕਟ। ਗ੍ਰੋਸ ਮਤਲਬ ਟੋਟਲ, ਡੋਮੈਸਟਿਕ ਮਤਲਬ ਕਿਸੇ ਵੀ ਦੇਸ਼ ਦੀ ਪੋਲੀਟੀਕਲ ਬਾਉਂਡਰੀਜ਼ ਦੇ ਅੰਦਰ ਅੰਦਰ। ਤੇ ਪ੍ਰੋਡਕਟ ਇਹਦੇ ਵਿੱਚ ਦੋ ਚੀਜ਼ਾਂ ਆ ਜਾਂਦੀਆਂ ਏ, ਗੁਡਸ ਤੇ ਸਰਵਿਸ। ਗੁਡਸ ਮਤਲਬ ਕੋਈ ਵੀ ਚੀਜ਼ਾਂ ਜੋ ਆਪਾਂ ਪੈਸੇ ਦੇ ਕੇ ਕੋਈ ਚੀਜ਼ ਖਰੀਦਦੇ ਆ, ਜਿਵੇਂ ਮੋਬਾਈਲ ਹੋ ਗਿਆ, ਆ ਪੈਨ ਹੋ ਗਿਆ, ਆਪਣੇ ਕੋਲ ਕੋਈ ਬਟੂਆ ਹੈ, ਆਪਣੇ ਕੱਪੜੇ ਆ, ਪ੍ਰੋਡਕਟ। ਸਰਵਿਸ ਮਤਲਬ ਜੇ ਆਪਾਂ ਇੱਥੋਂ ਫੋਰ ਐਗਜ਼ਾਮਪਲ ਮੋਗੇ ਤੋਂ ਲੁਧਿਆਣੇ ਜਾਣਾ, ਆਪਾਂ ਬੱਸ 'ਚ ਬੈਠ ਗਏ ਤਾਂ ਆਪਾਂ ਨੂੰ ਸਰਵਿਸ ਮਿਲ ਗਈ। ਆਪਾਂ ਵਾਲ ਕਟਵਾਏ ਉਹ ਸਰਵਿਸ ਮਿਲ ਗਈ। ਕਿਸੇ ਟੀਚਰ ਕੋਲ ਟਿਊਸ਼ਨ ਪੜ੍ਹੇ ਉਹ ਸਰਵਿਸ ਮਿਲ ਗਈ। ਮਤਲਬ ਜਿਹੜੀਆਂ ਡਾਇਰੈਕਟ ਟੈਂਜੀਬਲ ਨਹੀਂ ਹੁੰਦੀਆਂ ਪਰ ਆਪਾਂ ਨੂੰ ਆਪਣੇ ਪੈਸੇ ਦੇ ਬਦਲੇ ਕੋਈ ਵੈਲਿਊ ਮਿਲਦੀ ਆ, ਉਹ ਸਰਵਿਸ ਜਾਂ ਸੇਵਾਵਾਂ ਹੋ ਗਈਆਂ। ਪੈਸਾ ਦੋ ਤਰੀਕਿਆਂ ਨਾਲ ਬਣਾਇਆ ਜਾਂਦਾ ਹੈ, ਇੱਕ ਕੋਈ ਪ੍ਰੋਡਕਸ਼ਨ ਕਰਕੇ, ਦੂਸਰੀ ਕੋਈ ਸਰਵਿਸ ਦੇ ਕੇ। ਪ੍ਰੋਡਕਸ਼ਨ ਕਰਕੇ ਕਿਵੇਂ? ਸੂਈ ਤੋਂ ਲੈ ਕੇ ਜਹਾਜ਼ ਤੱਕ ਕੋਈ ਵੀ ਚੀਜ਼ ਬਣਦੀ ਆ ਉਹ ਪ੍ਰੋਡਕਸ਼ਨ ਹੁੰਦੀ ਆ। ਜਿਵੇਂ ਕੋਈ ਕਾਰਪੈਂਟਰ ਆ, ਉਹ ਕੁਰਸੀ ਮੇਜ਼ ਜਾਂ ਕੁਝ ਵੀ ਪ੍ਰੋਡਕਟ ਬਣਾਉਂਦਾ ਹੈ, ਉਹ ਪ੍ਰੋਡਕਸ਼ਨ ਹੋ ਗਈ। ਫੈਕਟਰੀ ਦੇ ਵਿੱਚ ਕੋਈ ਵੀ ਚੀਜ਼ ਬਣਦੀ ਆ, ਭਾਵੇਂ ਕਾਰ ਬਣਦੀ ਆ, ਭਾਵੇਂ ਕੋਈ ਮੋਬਾਈਲ ਬਣਦਾ, ਉਹਦੀ ਪ੍ਰੋਡਕਸ਼ਨ ਹੋ ਗਈ। ਦੂਸਰੀ ਹੁੰਦੀ ਆ ਸਰਵਿਸ, ਜਿਵੇਂ ਡਾਕਟਰ, ਟੀਚਰ, ਵਕੀਲ, ਇਹ ਆਪਣੀਆਂ ਸਰਵਿਸਿਜ਼ ਦਿੰਦੇ ਆ। ਇੱਕ ਜਗ੍ਹਾ ਤੋਂ ਆਪਾਂ ਦੂਸਰੀ ਜਗ੍ਹਾ ਤੇ ਜਾਣਾ, ਉਹ ਟਰਾਂਸਪੋਰਟੇਸ਼ਨ ਸਰਵਿਸ ਲੈ ਲਈ ਆਪਾਂ। ਜਾਂ ਆਪਾਂ ਕਿਸੇ ਨਾਈ ਕੋਲ ਚਲੇ ਗਏ, ਵਾਲ ਕਟਾ ਲਏ, ਉਹਨੇ ਆਪਾਂ ਨੂੰ ਸਰਵਿਸ ਦੇਤੀ, ਤਾਂ ਇਹ ਸਰਵਿਸ ਹੁੰਦੀਆਂ ਨੇ। ਇਸ ਤਰ੍ਹਾਂ ਕਿਸੇ ਦੇਸ਼ ਦੇ ਅੰਦਰ ਇੱਕ ਸਾਲ ਜਦੋਂ ਆਪਾਂ ਇਹ ਸਾਰੀਆਂ ਗੁਡਸ ਤੇ ਸਰਵਿਸ ਨੂੰ ਕਾਊਂਟ ਕਰਦੇ ਤਾਂ ਉਹਨੂੰ ਜੀਡੀਪੀ ਬੋਲਦੇ ਆ। ਇੱਕ ਸੌਖੀ ਜਿਹੀ ਐਗਜ਼ਾਮਪਲ ਨਾਲ ਸਮਝਦੇ, ਮੰਨ ਕੇ ਚਲੋ ਆਪਾਂ ਕਿਸੇ ਮਾਲ ਵਿੱਚ ਗਏ, ਮਾਲ ਵਿੱਚ ਬਹੁਤ ਸਾਰੇ ਪ੍ਰੋਡਕਟ ਨੇ, ਬਹੁਤ ਸਾਰੀਆਂ ਸਰਵਿਸਿਜ਼ ਮਿਲਣਗੀਆਂ। ਜਿਵੇਂ ਕਿ ਕੋਈ ਆਪਾਂ ਉੱਥੋਂ ਕੋਈ ਕੱਪੜੇ ਖਰੀਦ ਲਏ, ਉਹ ਆਪਾਂ ਪ੍ਰੋਡਕਟ ਖਰੀਦਿਆ ਹੈ ਨਾ। ਕੋਈ ਉੱਥੇ ਕੋਈ ਸਟੋਰ ਹੈਗਾ ਏ ਜਿਹਦੇ 'ਚ ਇਲੈਕਟ੍ਰੋਨਿਕ ਸਮਾਨ ਮਿਲਦਾ, ਉਹ ਆਪਾਂ ਖਰੀਦਦੇ, ਉਹ ਆਪਾਂ ਨੂੰ ਕੋਈ ਪ੍ਰੋਡਕਟ ਮਿਲ ਜਾਂਦਾ ਹੈ। ਕੋਈ ਉੱਥੇ ਆਈਸਕ੍ਰੀਮ ਵੇਚ ਰਿਹਾ, ਕੋਈ ਚਾਹ ਵੇਚ ਰਿਹਾ ਹੈ, ਇਹ ਸਾਰੇ ਪ੍ਰੋਡਕਟ ਵੇਚ ਰਹੇ ਆ। ਸਰਵਿਸ ਕਿਵੇਂ ਹੋਊਗਾ? ਜਿਵੇਂ ਕੋਈ ਉੱਥੇ ਕੋਈ ਸਲੂਨ ਆ, ਉਹ ਆਦੀਆਂ ਸਰਵਿਸ ਦੇ ਰਿਹਾ ਹੈ। ਇਸ ਤਰ੍ਹਾਂ ਸਾਰੇ ਮਾਲ ਦੇ ਵਿੱਚ ਜਿਹੜੀਆਂ ਗੁਡਸ ਨੇ ਤੇ ਸਰਵਿਸ ਨੇ, ਉਹਨਾਂ ਨੂੰ ਆਪਾਂ ਜਦੋਂ ਕਾਊਂਟ ਕਰ ਲੈਂਦੇ ਆ ਕਿ ਕਿੰਨੀ ਵਿਕਰੀ ਹੋ ਗਈ ਤੇ 1 ਸਾਲ ਤੱਕ ਕਰਦੇ ਆ, ਤਾਂ ਉਹ ਮਾਲ ਦੀ ਪੂਰੀ ਜੀਡੀਪੀ ਹੋ ਜਾਂਦੀ ਆ 1 ਸਾਲ ਦੀ। ਪਰ ਜੀਡੀਪੀ ਵਿੱਚ ਇੱਕ ਚੀਜ਼ ਹੋਰ ਧਿਆਨ ਰੱਖਣ ਵਾਲੀ ਹੁੰਦੀ ਆ ਕਿ ਜੇ ਕੋਈ ਬਾਹਰਲੀ ਕੰਪਨੀ, ਮੰਨ ਕੇ ਚਲੋ ਜਾਪਾਨ ਦੀ ਕੋਈ ਕੰਪਨੀ ਨੇ ਇੰਡੀਆ ਵਿੱਚ ਪਲਾਂਟ ਲਾਇਆ ਤੇ ਉਹ ਇੱਥੇ ਪ੍ਰੋਡਕਸ਼ਨ ਕਰਦੀ ਆ, ਤਾਂ ਉਹ ਸਾਰੇ ਪਲਾਂਟ ਤੋਂ ਜਿੰਨੀ ਪ੍ਰੋਡਕਸ਼ਨ ਹੋਊਗੀ ਉਹ ਇੰਡੀਆ ਦੀ ਜੀਡੀਪੀ ਵਿੱਚ ਕਾਊਂਟ ਹੋਊਗੀ, ਨਾ ਕਿ ਜਾਪਾਨ ਦੀ। ਸੇਮ ਹੀ ਇੰਡੀਆ ਦੀ ਆ, ਜੇ ਕੋਈ ਇੰਡੀਆ ਦੀ ਕੰਪਨੀ ਬਾਹਰ ਹੋਊਗੀ, ਬਾਹਰ ਜਾ ਕੇ ਕੋਈ ਪ੍ਰੋਡਕਸ਼ਨ ਕਰੂ, ਤਾਂ ਉਹ ਉੱਥੋਂ ਦੀ ਜੀਡੀਪੀ ਵਿੱਚ ਕੰਟਰੀਬਿਊਟ ਕਰੂਗੀ, ਨਾ ਕਿ ਇੰਡੀਆ ਦੇ ਵਿੱਚ। ਇਸੇ ਲਈ ਹੁਣ ਮੇਕ ਇਨ ਇੰਡੀਆ ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਗਿਆ ਹੈ ਕਿ ਆਪਣੇ ਦੇਸ਼ ਦੇ ਵਿੱਚ ਕੋਈ ਬਾਹਰਲੀਆਂ ਵੀ ਕੰਪਨੀਆਂ ਉਹ ਦੇਸ਼ ਦੇ ਵਿੱਚ ਚੀਜ਼ਾਂ ਬਣਾਉਣ। ਜੀਡੀਪੀ ਨੂੰ ਕਾਊਂਟ ਕਰਨ ਦੀ ਕਿਉਂ ਲੋੜ ਪੈਂਦੀ ਆ? ਦੇਖੋ, ਜੀਡੀਪੀ ਹੁੰਦੀ ਰਿਫਲੈਕਸ਼ਨ ਕਿਸੇ ਵੀ ਦੇਸ਼ ਦੀ ਇਕਨੋਮੀ ਦਾ। ਜੇ ਜੀਡੀਪੀ ਜ਼ਿਆਦਾ ਹੋਵੇ ਤਾਂ ਮਤਲਬ ਕੰਪਨੀ ਦੇ ਵਿੱਚ ਪ੍ਰੋਡਕਸ਼ਨ ਜ਼ਿਆਦਾ ਹੋ ਰਹੀ ਆ। ਜੇ ਪ੍ਰੋਡਕਸ਼ਨ ਜ਼ਿਆਦਾ ਹੋ ਰਹੀ ਆ ਤਾਂ ਜੌਬਸ ਜ਼ਿਆਦਾ ਵੱਧ ਰਹੀਆਂ, ਉਹਦੀ ਇਕਨੋਮੀ ਚੰਗੀ ਆ। ਦੂਸਰੇ ਪਾਸੇ ਜੇ ਕਿਸੇ ਦੇਸ਼ ਦੀ ਜੀਡੀਪੀ ਘਟ ਰਹੀ ਆ ਤਾਂ ਮਤਲਬ ਉੱਥੇ ਪ੍ਰੋਡਕਸ਼ਨ ਘੱਟ ਹੋ ਰਹੀ ਆ। ਪ੍ਰੋਡਕਸ਼ਨ ਘੱਟ ਹੋ ਰਹੀ ਆ ਤਾਂ ਇਹਦਾ ਮਤਲਬ ਆ ਕਿ ਜਿਹੜੇ ਬਿਜ਼ਨਸ ਆ ਉਹ ਪੈਸਾ ਘੱਟ ਕਮਾ ਰਹੇ ਆ। ਜੋ ਇਹਦਾ ਪੈਸਾ ਘੱਟ ਕਮਾ ਰਹੇ, ਇਹਦਾ ਮਤਲਬ ਲੋਕਾਂ ਦੀ ਪਰਚੇਜ਼ਿੰਗ ਪਾਵਰ ਘੱਟ ਹੋ ਰਹੀ ਆ। ਇਹਦਾ ਮਤਲਬ ਆ ਕਿ ਦੇਸ਼ ਦੀ ਜਿਹੜੀ ਇਕਨੋਮੀ ਆ ਉਹ ਹੇਠਾਂ ਜਾ ਰਹੀ ਆ। ਇਸ ਤਰੀਕੇ ਨਾਲ ਕਿਸੇ ਦੇਸ਼ ਦੀ ਆਰਥਿਕ ਹਾਲਤ ਦਾ ਪਤਾ ਲੱਗ ਜਾਂਦਾ ਹੈ। ਜੇ ਆਰਥਿਕ ਹਾਲਤ ਮਾੜੀ ਹੈ ਤਾਂ ਆਪਾਂ ਨੂੰ ਕਮੀਆਂ ਦਾ ਪਤਾ ਲੱਗ ਜਾਂਦਾ ਹੈ। ਜੇ ਕਮੀਆਂ ਦਾ ਪਤਾ ਹੋਊਗਾ ਤਾਂ ਹੀ ਫਿਰ ਉਹ ਦੇਸ਼ ਆਪਦੇ ਵਿੱਚ ਸੁਧਾਰ ਕਰਦਾ ਹੈ। ਅੱਜ ਦੀ ਡੇਟ ਵਿੱਚ ਅਮਰੀਕਾ ਦੀ ਜੀਡੀਪੀ ਸਾਰਿਆਂ ਤੋਂ ਵੱਧ ਆ, ਜਿਹੜੀ ਹੈਗੀ ਆ 23 ਟ੍ਰਿਲੀਅਨ। ਇਸ ਤੋਂ ਬਾਅਦ ਚਾਈਨਾ 17.7 ਟ੍ਰਿਲੀਅਨ, ਜਾਪਾਨ 4.9 ਟ੍ਰਿਲੀਅਨ, ਜਰਮਨੀ 4.2 ਟ੍ਰਿਲੀਅਨ, ਯੂਕੇ 3.2 ਟ੍ਰਿਲੀਅਨ, 5ਵੇਂ ਨੰਬਰ ਤੇ ਇੰਡੀਆ 3.2 ਟ੍ਰਿਲੀਅਨ। ਯੂਕੇ ਤੇ ਇੰਡੀਆ ਦੀ ਜੀਡੀਪੀ ਲਗਭਗ ਸੇਮ ਹੀ ਆ, ਪਰ ਯੂਕੇ ਦੀ ਇਕਨੋਮੀ ਵਧੀਆ ਕਿਉਂ? ਕਿਉਂਕਿ ਉੱਥੇ ਜੀਡੀਪੀ ਪਰ ਕੈਪੀਟਾ ਜ਼ਿਆਦਾ ਹੈ। ਯੂਕੇ ਦੀ ਜੀਡੀਪੀ ਪਰ ਕੈਪੀਟਾ $47,000 ਆ ਤੇ ਇੰਡੀਆ ਦੀ $2,100 ਹੀ ਆ। ਇਹ ਕੀ ਹੁੰਦੀ ਹੈ ਆਪਾਂ ਕਿਸੇ ਹੋਰ ਵੀਡੀਓ ਵਿੱਚ ਡਿਸਕਸ ਕਰਾਂਗੇ। ਹੁਣ ਇਹਨੂੰ ਕੈਲਕੂਲੇਟ ਕਿਵੇਂ ਕੀਤਾ ਜਾਂਦਾ? ਦੇਖੋ, ਫਾਈਨੈਂਸ ਦੀ ਭਾਸ਼ਾ ਦੇ ਵਿੱਚ ਦੇਖਾਂਗੇ ਤਾਂ ਇਹਦੇ ਬਹੁਤ ਸਾਰੇ ਕੰਪਲੀਕੇਟਡ ਮੈਥਡਸ ਹੈਗੇ ਆ, ਪਰ ਇੱਕ ਲੇਮੈਨ ਲੈਂਗੁਏਜ ਦੇ ਵਿੱਚ ਦੇਖੀਏ ਤਾਂ ਉਹ ਹੁੰਦੀ ਹੈ ਐਕਸਪੈਂਡੀਚਰ ਅਪਰੋਚ। ਐਕਸਪੈਂਡੀਚਰ ਅਪਰੋਚ ਦੇ ਵਿੱਚ ਸਾਰੇ ਖਰਚਿਆਂ ਨੂੰ ਜੋੜਿਆ ਜਾਂਦਾ ਹੈ ਤੇ ਇਹਦੇ ਵਿੱਚ ਕੰਜ਼ਿਊਮਰ ਸਪੈਂਡਿੰਗ ਹੋ ਗਈ, ਇਨਵੈਸਟਮੈਂਟ ਹੋ ਗਈ, ਗਵਰਨਮੈਂਟ ਸਪੈਂਡਿੰਗਸ ਹੋ ਗਈ ਤੇ ਨੈਟ ਐਕਸਪੋਰਟ ਸ਼ਾਮਲ ਹੁੰਦਾ ਹੈ। ਕੰਜ਼ਿਊਮਰ ਸਪੈਂਡਿੰਗ ਉਹ ਪੈਸਾ ਹੁੰਦਾ ਜਿਹੜਾ ਲੋਕ ਆਪਣੀਆਂ ਗੁਡਸ ਜਾਂ ਸਰਵਿਸ ਲੈਣ ਲਈ ਖਰਚਦੇ ਆ। ਜਿਵੇਂ ਘਰ ਦਾ ਰਾਸ਼ਨ ਪੱਤਾ ਹੋ ਗਿਆ, ਹਨਾ, ਕਿਸੇ ਨੂੰ ਕੋਈ ਗੱਡੀ ਲੈ ਜਾਂਦੀ, ਫਿਲਮ ਦੇਖਣ ਚਲੇ ਗਏ, ਜਾਂ ਆਪਦੇ ਬੱਚੇ ਦੀ ਪੜ੍ਹਾਈ ਤੇ ਖਰਚਾ ਕਰਤਾ। ਇਨਵੈਸਟਮੈਂਟਸ ਹੋਊਗਾ ਜਿਵੇਂ ਬਿਜ਼ਨਸ ਆਦੇ ਇਕਵਿਪਮੈਂਟ ਉੱਤੇ, ਬਿਲਡਿੰਗਸ ਉੱਤੇ, ਜਾਂ ਆਪਦੇ ਰਿਸਰਚ ਡਿਵੈਲਪਮੈਂਟ ਉੱਤੇ ਖਰਚ ਕਰਦੇ ਆ। ਸਰਕਾਰੀ ਖਰਚਿਆਂ ਦੇ ਵਿੱਚ ਸਰਕਾਰ ਦੇ ਸਾਰੇ ਖਰਚੇ, ਭਾਵੇਂ ਉਹ ਡਿਫੈਂਸ ਵਿੱਚ ਹੋ ਗਏ, ਲੋਕਾਂ ਦੀ ਭਲਾਈ ਦੇ ਉੱਤੇ ਲਾਗੇ, ਇਨਫਰਾਸਟ੍ਰਕਚਰ ਉੱਤੇ ਲਾਗੇ, ਉਹ ਸਾਰੇ ਆ ਜਾਂਦੇ। ਨੈਟ ਐਕਸਪੋਰਟ ਵਿੱਚ ਜਿੰਨਾ ਆਪਾਂ ਇੰਪੋਰਟ ਕੀਤਾ ਉਹਦੇ ਵਿੱਚੋਂ ਮਾਈਨਸ ਐਕਸਪੋਰਟ ਕਰ ਦਿੰਦੇ ਆ, ਉਹ ਆ ਜਾਂਦਾ ਹੈ। ਤਾਂ ਇੱਕ ਸਭ ਤੋਂ ਸਿੰਪਲ ਤੇ ਸਧਾਰਨ ਅਪਰੋਚ ਆ ਜੀਡੀਪੀ ਨੂੰ ਕੈਲਕੂਲੇਟ ਕਰਨ ਦੀ। ਜੀਡੀਪੀ ਨੂੰ ਕੈਲਕੂਲੇਟ ਕਰਨ ਦੇ ਲਈ ਬਿਜ਼ਨਸ ਤੇ ਇੰਡੀਵਿਜੂਅਲ ਜਿਹੜੀ ਅਪਰੋਚ ਹੁੰਦੀ ਉਹ ਵੱਖਰੀ ਵੱਖਰੀ ਹੁੰਦੀ ਆ। ਜਿਵੇਂ ਕਿਸੇ ਦੀ ਕੰਪਿਊਟਰ ਸ਼ਾਪ ਆ ਤੇ ਉਹ ਕੰਪਿਊਟਰ ਅਸੈਂਬਲ ਕਰਕੇ ਦਿੰਦਾ ਹੈ। ਆਪਾਂ ਨੂੰ ਕਿਹਾ ਭਾਈ ਇਹਦੇ ਵਿੱਚ ਫਲਾਣਾ ਮਦਰਬੋਰਡ ਲਾ ਦੇ, ਫਲਾਣਾ ਚ ਜੀਪੀਯੂ ਲਾ ਦੇ, ਫਲਾਣੀ ਦੇ ਵਿੱਚ ਹਾਰਡ ਡਰਾਈਵ ਲਾ ਦੇ। ਇਸ ਤਰੀਕੇ ਨਾਲ ਅਲੱਗ-ਅਲੱਗ ਚੀਜ਼ਾਂ ਲਾ ਕੇ ਆਪਾਂ ਉਹਨੂੰ ਅਸੈਂਬਲ ਕਰਵਾ ਲਿਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮਿਲ ਕੇ ਇੱਕ ਫਾਈਨਲ ਪ੍ਰੋਡਕਟ ਬਣਾਉਂਦੀਆਂ ਏ, ਇਹਨਾਂ ਨੂੰ ਇੰਟਰਮੀਡੀਏਟ ਗੁਡਸ ਕਹਿੰਦੇ ਆ। ਤਾਂ ਹੁਣ ਜਿਹੜਾ ਫਾਈਨਲ ਪ੍ਰੋਡਕਟ ਆ CPU,
ਉਹਦੀ ਜਿਹੜੀ ਹੈਗੀ ਆ ਪ੍ਰਾਈਸ ਆ ਉਹ ਜੀਡੀਪੀ ਵਿੱਚ ਕਾਊਂਟ ਹੋਊਗੀ, ਨਾ ਕਿ ਜਿਹੜਾ ਕੱਲਾ ਕੰਪੋਨੈਂਟ ਜਿਹੜਾ ਉਹਦੇ ਵਿੱਚ ਲੱਗਿਆ ਸੀ। ਕਿਉਂਕਿ ਮੰਨ ਕੇ ਚਲੋ ਜੇ ਜੀਡੀਪੀ ਵਿੱਚ ਮਦਰਬੋਰਡ ਕਾਊਂਟ ਹੋ ਗਿਆ, ਉਸ ਤੋਂ ਬਾਅਦ ਜਦੋਂ CPU ਅਸੈਂਬਲ ਹੋਇਆ ਉਹ ਵੀ ਕਾਊਂਟ ਹੋਇਆ, ਤਾਂ ਮਦਰਬੋਰਡ ਜਿਹੜੀ ਕੀਮਤ ਆ ਉਹ ਡਬਲ ਹੋ ਜਾਊਗੀ। ਤੇ ਇਸ ਤਰੀਕੇ ਨਾਲ ਜਿਹੜੀ ਜੀਡੀਪੀ ਆ ਉਹਦੀ ਸਹੀ ਕੈਲਕੂਲੇਸ਼ਨ ਨਹੀਂ ਹੋਣੀ। ਇਸ ਲਈ ਜੀਡੀਪੀ ਦੇ ਵਿੱਚ ਫਾਈਨਲ ਪ੍ਰੋਡਕਟ ਜਿਹੜਾ ਹੁੰਦਾ ਏ ਉਹ ਕਾਊਂਟ ਹੁੰਦਾ ਏ। ਇਹ ਹੁੰਦਾ ਬਿਜ਼ਨਸ ਪਰਸਪੈਕਟਿਵ। ਪਰ ਇੰਡੀਵਿਜੂਅਲ ਪਰਸਪੈਕਟਿਵ ਨਾਲ ਜੇ ਦੇਖੀਏ, ਮੈਨੂੰ ਮੰਨ ਕੇ ਚਲੋ ਸਾਰੀਆਂ ਚੀਜ਼ਾਂ ਹੁੰਦੀਆਂ ਕਰਨੀਆਂ, ਕੰਪਿਊਟਰ ਕਿਵੇਂ ਅਸੈਂਬਲ ਕਰਨਾ, ਮੈਂ ਬਾਜ਼ਾਰ ਗਿਆ ਤੇ ਕੰਪਿਊਟਰ ਨੂੰ ਅਸੈਂਬਲ ਕਰਨ ਵਾਲੀਆਂ ਸਾਰੀਆਂ ਚੀਜ਼ਾਂ ਖਰੀਦ ਕੇ ਖੁਦ ਕੰਪਿਊਟਰ ਅਸੈਂਬਲ ਕਰ ਲਿਆ, ਤਾਂ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਹੋਣਗੀਆਂ ਉਹਨਾਂ ਦੀ ਜਿਹੜੀ ਕੀਮਤ ਆ ਉਹ ਜੀਡੀਪੀ ਵਿੱਚ ਕਾਊਂਟ ਹੋਊਗੀ। ਬਿਜ਼ਨਸ ਕਿਹੜੀ ਚੀਜ਼ ਨੂੰ ਖਰੀਦ ਰਹੇ ਆ ਤੇ ਇੰਡੀਵਿਜੂਅਲ ਜਾਂ ਕੰਜ਼ਿਊਮਰ ਕਿਹੜੀ ਚੀਜ਼ ਨੂੰ ਖਰੀਦ ਰਹੇ ਆ, ਇਸ ਚੀਜ਼ ਦਾ ਸਾਰਾ ਹਿਸਾਬ ਸੈਂਟਰਲ ਸਟੈਟਿਸਟੀਕਲ ਆਫਿਸ ਵੱਲੋਂ ਰੱਖਿਆ ਜਾਂਦਾ ਹੈ। ਦੋ ਮਸਲਿਆਂ ਦੇ ਵਿੱਚ ਜੀਡੀਪੀ ਵੱਧਦੀ ਆ। ਇੱਕ, ਜਦੋਂ ਤਾਂ ਦੇਸ਼ ਦੇ ਵਿੱਚ ਪ੍ਰੋਡਕਸ਼ਨ ਜ਼ਿਆਦਾ ਹੋ ਰਹੀ ਆ। ਦੂਸਰਾ, ਜਦੋਂ ਪ੍ਰੋਡਕਸ਼ਨ ਓਨੀ ਹੀ ਆ ਪਰ ਉਹਨਾਂ ਦੀਆਂ ਕੀਮਤਾਂ ਜਿਹੜੀਆਂ ਹੈਗੀਆਂ ਪ੍ਰੋਡਕਟਸ ਦੀਆਂ ਵੱਧ ਰਹੀਆਂ ਏ। ਪਹਿਲੇ ਕੇਸ ਦੇ ਵਿੱਚ ਕਹਿੰਦੇ ਨੇ ਰੀਅਲ ਜੀਡੀਪੀ। ਦੂਸਰਾ ਕੇਸ ਜਿਹਦੇ ਵਿੱਚ ਪ੍ਰਾਈਸ ਵੱਧ ਰਿਹਾ, ਪ੍ਰੋਡਕਸ਼ਨ ਓਨੀ ਕੀ ਆ, ਉਹਨੂੰ ਬੋਲਦੇ ਆ ਨੋਮੀਨਲ ਜੀਡੀਪੀ। ਇਸ ਲਈ ਸਰਕਾਰ ਜਦੋਂ ਆਪਣੇ ਸਾਹਮਣੇ ਜੀਡੀਪੀ ਦਾ ਡਾਟਾ ਪੇਸ਼ ਕਰਦੀ ਆ ਤਾਂ ਇਹ ਚੀਜ਼ ਧਿਆਨ ਰੱਖਣ ਵਾਲੀ ਹੁੰਦੀ ਹੈ ਕਿ ਉਹ ਰੀਅਲ ਜੀਡੀਪੀ ਦਾ ਡਾਟਾ ਦਿਖਾ ਰਹੀ ਹੈ ਜਾਂ ਨੋਮੀਨਲ ਜੀਡੀਪੀ ਦਾ। ਜੀਡੀਪੀ ਦਾ ਮੇਨ ਪਰਪਸ ਹੁੰਦਾ ਕਿਸੇ ਦੇਸ਼ ਦੀਆਂ ਗੁੱਡਸ ਤੇ ਸਰਵਿਸ ਉਹਦਾ ਪ੍ਰੋਡਕਸ਼ਨ ਦਾ ਪਤਾ ਕਰਨਾ। ਤੇ ਜਦੋਂ ਦੂਸਰਾ ਕੇਸ ਆ ਜਾਂਦਾ ਹੈ ਨੋਮੀਨਲ ਜੀਡੀਪੀ, ਜਿਹਦੇ ਵਿੱਚ ਪ੍ਰੋਡਕਸ਼ਨ ਨਹੀਂ ਵੱਧਦੀ ਬਸ ਕੀਮਤਾਂ ਵੱਧ ਰਹੀਆਂ ਹੈ, ਤਾਂ ਉੱਥੇ ਦੇਸ਼ ਦੀ ਜਿਹੜੀ ਆ ਅਰਥ ਵਿਵਸਥਾ ਦਾ ਪਤਾ ਲਾਉਣਾ ਹੈ ਮੁਸ਼ਕਿਲ ਹੋ ਜਾਂਦਾ ਹੈ। ਤਾਂ ਇਹਦਾ ਹੱਲ ਲੱਭਣ ਲਈ ਇੱਕ ਬੇਸ ਈਅਰ ਲਿਆ ਗਿਆ ਜਿਹੜਾ ਕਿ ਇੰਡੀਆ ਦੇ ਵਿੱਚ 2011-12 ਹੈ। ਇਸ ਲਈ ਖਬਰਾਂ ਦੇ ਵਿੱਚ ਵੀ ਦੋ ਤਰੀਕਿਆਂ ਦੇ ਨਾਲ ਜਿਹੜਾ ਜੀਡੀਪੀ ਦਾ ਡੇਟਾ ਪੇਸ਼ ਕੀਤਾ ਜਾਂਦਾ ਹੈ। ਇੱਕ ਹੁੰਦਾ ਜੀਡੀਪੀ ਐਟ ਕਨਸਟੈਂਟ ਪ੍ਰਾਈਸ, ਦੂਸਰਾ ਹੁੰਦਾ ਜੀਡੀਪੀ ਐਟ ਕਰੰਟ ਪ੍ਰਾਈਸ। ਜੀਡੀਪੀ ਐਟ ਕਨਸਟੈਂਟ ਪ੍ਰਾਈਸ ਹੁੰਦਾ ਜਿਹਦੇ ਵਿੱਚ ਬੇਸ ਈਅਰ ਉਹਨੂੰ 11-12 ਨੂੰ ਲਿਆ ਜਾਂਦਾ ਹੈ, ਤੇ ਜਿਹੜਾ ਜੀਡੀਪੀ ਐਟ ਕਰੰਟ ਪ੍ਰਾਈਸ ਹੁੰਦਾ ਹੈ ਉਹਦੇ ਵਿੱਚ ਬੇਸ ਈਅਰ ਜਿਹੜਾ ਹੁੰਦਾ ਕਰੰਟ ਈਅਰ ਨੂੰ ਲਿਆ ਗਿਆ ਹੁੰਦਾ ਹੈ। ਜੀਡੀਪੀ ਦੇ ਵਿੱਚ ਕੁਝ ਲਿਮਿਟੇਸ਼ਨ ਹੁੰਦੀਆਂ ਏ। ਜਿਵੇਂ ਪਹਿਲੀ ਗੱਲ ਤਾਂ ਇਹ ਹੁੰਦੀ ਕਿ ਜੇ ਕੋਈ ਬਾਹਰਲਾ ਦੇਸ਼ ਆ, ਕਿਸੇ ਹੋਰ ਦੇਸ਼ ਦੇ ਨੇ ਆ ਕੇ ਆਪਣੇ ਇੰਡੀਆ ਦੇ ਵਿੱਚ ਕੋਈ ਪਲਾਂਟ ਲਾਇਆ ਤੇ ਉਹ ਪ੍ਰੋਡਕਸ਼ਨ ਕਰ ਰਹੀ ਆ ਜਾਂ ਸਰਵਿਸਿਜ਼ ਦੇ ਰਹੀ ਆ, ਤਾਂ ਉਹ ਜਿਹੜੀ ਉਹਨੇ ਜਿੰਨਾ ਵੀ ਇਹਦੇ ਇੱਥੇ ਕੰਮ ਕੀਤਾ ਹੋ, ਜਿੰਨੀ ਪ੍ਰੋਡਕਸ਼ਨ ਕੀਤੀ ਹੋਊ, ਉਹ ਕਾਊਂਟ ਤਾਂ ਹੋਊਗੀ ਇੰਡੀਆ ਦੀ ਜੀਡੀਪੀ ਵਿੱਚ। ਪਰ ਜਿਹੜਾ ਉਹਨੇ ਉਹ ਤੋਂ ਪੈਸਾ ਕਮਾਇਆ ਹੋਊਗਾ ਉਹ ਤਾਂ ਆਪਦੇ ਦੇਸ਼ ਲੈ ਕੇ ਜਾਊਗਾ ਨਾ, ਉਹਦਾ ਤਾਂ ਇੰਡੀਆ ਨੂੰ ਨਹੀਂ ਫਾਇਦਾ ਹੋਣਾ। ਹਾਂ, ਉਹ ਟੈਕਸ ਪੇ ਕਰਦੀ ਆ ਜਾਂ ਜੌਬਸ ਦਿੰਦੀ ਆ, ਉਹ ਜ਼ਰੂਰ ਆਪਣੇ ਇੰਡੀਆ ਦਾ ਫਾਇਦਾ ਹੋ ਜਾਂਦਾ, ਪਰ ਜਿਹੜਾ ਕੁੱਲ ਮਿਲਾ ਕੇ ਰੈਵਨਿਊ ਹੁੰਦਾ ਹੈ ਉਹ ਉਸ ਦੇਸ਼ ਨੂੰ ਹੀ ਜਾਂਦਾ ਹੈ। ਦੂਸਰੀ ਇੱਕ ਵੱਡੀ ਸਮੱਸਿਆ ਆ ਜਾਂਦੀ ਕਿ ਜਿਹੜੇ ਅਨਆਰਗੇਨਾਈਜ਼ਡ ਸੈਕਟਰ ਹੁੰਦੇ ਆ ਨਾ, ਉਹਨਾਂ ਦਾ ਜਿਹੜਾ ਡਾਟਾ ਹੈ ਉਹ ਜੀਡੀਪੀ ਵਿੱਚ ਜੋੜਨਾ ਬਹੁਤ ਮੁਸ਼ਕਲ ਹੁੰਦਾ ਹੈ, ਤੇ ਜ਼ਿਆਦਾਤਰ ਇੰਡੀਆ ਦੇ ਵਿੱਚ ਜਿਹੜੇ ਸੈਕਟਰ ਨੇ ਉਹ ਅਨਆਰਗੇਨਾਈਜ਼ਡ ਹੀ ਹੁੰਦੇ ਆ। ਤੀਜੀ ਤੇ ਵੱਡੀ ਸਮੱਸਿਆ ਆਉਂਦੀ ਆ ਸ਼ੈਲ ਕੰਪਨੀਜ਼। ਇਹ ਉਹ ਕੰਪਨੀਆਂ ਹੁੰਦੀਆਂ ਏ ਜਿਹੜੀ ਨਾ ਤਾਂ ਕੋਈ ਇਹਨਾਂ ਨੇ ਪ੍ਰੋਡਕਸ਼ਨ ਕਰਨੀ ਹੁੰਦੀ ਤੇ ਨਾ ਹੀ ਕੋਈ ਸਰਵਿਸ ਦੇਣੀ ਹੁੰਦੀ ਆ, ਬਸ ਇਹਨਾਂ ਨੂੰ ਆਪਦੀ ਸਿਰਫ ਟੈਕਸ ਬਚਾਉਣ ਦੇ ਲਈ ਜਾਂ ਮਨੀ ਲਾਂਡਰਿੰਗ ਦੇ ਲਈ ਬਣਾਇਆ ਜਾਂਦਾ ਹੈ, ਤੇ ਇਹਨਾਂ ਨੂੰ ਵੀ ਜੀਡੀਪੀ ਵਿੱਚ ਕਾਊਂਟ ਕਰ ਲਿਆ ਜਾਂਦਾ, ਇਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ। ਇੱਕ ਡੇਟਾ ਆਇਆ ਸੀ ਜਿਹਦੇ ਵਿੱਚ ਪਤਾ ਲੱਗਿਆ ਕਿ ਇੰਡੀਆ ਦੇ ਵਿੱਚ 2018 ਤੋਂ 21 ਤੱਕ 2.38 ਲੱਖ ਸ਼ੈਲ ਕੰਪਨੀਆਂ ਨੇ। ਮਤਲਬ ਇਹਨਾਂ ਦੀ ਨਾ ਕੋਈ ਪ੍ਰੋਡਕਟ ਹੁੰਦਾ ਨਾ ਸਰਵਿਸ ਹੁੰਦਾ, ਸਿਰਫ ਟੈਕਸ ਬਚਾਉਣ ਦੇ ਚੱਕਰ ਵਿੱਚ ਇਹਨਾਂ ਨੂੰ ਬਣਾ ਲਿਆ ਜਾਂਦਾ ਹੈ, ਤੇ ਸਰਕਾਰ ਇਹਨਾਂ ਤੇ ਕੋਈ ਬਾਹਲੀ ਕਾਰਵਾਈ ਨਹੀਂ ਕਰਦੀ ਕਿਉਂਕਿ ਇਹਨਾਂ ਦੀ ਕਾਊਂਟਿੰਗ ਹੋਊਗੀ ਤਾਂ ਜੀਡੀਪੀ ਵਧੂਗੀ, ਤੇ ਹਰੇਕ ਦੇਸ਼ ਦੀ ਸਰਕਾਰ ਇਹ ਕਰਦੀ ਆ। ਹੁਣ ਗੱਲ ਤਾਂ ਇਹ ਹੈ ਜੇ ਜੀਡੀਪੀ ਵਧ ਰਹੀ ਹੈ ਤਾਂ ਮਤਲਬ ਬੇਰੁਜ਼ਗਾਰੀ ਘਟ ਰਹੀ ਆ, ਪਰ ਸਰਕਾਰ ਜਿਹੜਾ ਸਹੀ ਡਾਟਾ ਦਿਖਾਉਂਦੀ ਨਹੀਂ। ਇਸ ਲਈ ਇੰਡੀਆ ਦਾ ਹਾਲ ਤਾਂ ਇਹ ਆ ਕਿ ਇੱਥੇ ਜੀਡੀਪੀ ਵੀ ਵਧ ਰਹੀ ਆ ਤੇ ਬੇਰੁਜ਼ਗਾਰੀ ਵੀ ਵਧੀ ਜਾ ਰਹੀ ਆ।